1984 या फिर ऑपरेशन ब्लू स्टार की जब भी गल होती है तो एक तस्वीर सामने आ जाती है। गल सोचने वाली ये है कि की वो एक्शन वो अवॉइड किया जा सकता सी। अज भी जब सिख होवे या हिंदू होवे या पंजाब के लोग उस पल नूं याद करते हैं, किते ना किते उन्हां दे दिल दे विच वो जिहड़ी है एक याद नूं काफ़ी ज़्यादा दुखी मन दे नाल याद करते हैं। ये पिछे पूजा बिल्कुल होर कोई चीज़ नहीं, सिर्फ पॉलिटिक्स सी। उन्होंने एक दूजे नाल लड़े और उहदे चों निकल आए किहो जे बंदे, जरनैल सिंह वर पिंडा वाले वर, ਜਿਹੜੇ अंदर टैररिस्ट सन, उन्होंने कह लो जो भी लोग सन, उन्होंने बाहर नहीं सी कढ़िया जा सकता। गवर्नमेंट वालों ये कहा जाता है कि हालात इहो जे बन गए सी कि उस रात नूं खालिस्तान की डिक्लेरेशन होने वाली सी, पर हालात उत्थों तक आउण किवें दिते गए कि वो जिहड़ा ऑपरेशन सीगा वो रोकिया जा सकदा सी ते इस दे पिछे किहड़ी जिहड़ी है ताकतां सीगियां, किहड़े लोग सीगे जिन्हां ने मिल के इस ऑपरेशन नूं करन दे लई आर्मी नूं भी मजबूर किया या फिर सरकारां दी जिहड़ी की कुछ उस वेले रणनीति रही। इस बारे गलबात करांगे। साडे नाल पॉलिटिकल एक्सपर्ट ने, ऑथर ने ते साबका कर्नल भी ने, दलजीत चीमा जी। थैंक यू पूजा सर सत श्री अकाल। सर 1984 की गल असीं कर रहे हैं। एक जिस तरीके नाल मैं कहा कि एक मैमरीज याद आ जाती है, वो पल याद आ जाते हैं जिहड़े कि हर किसी के मन दे विच अज भी सवाल है कि आखिर वो होया क्यों। क्योंकि तुसी जिहड़ा दिल्ली दे विच होया सीगा, तुसी उस वेले दे कहिए कि चश्मदीद भी सी। उस तो बाद जब इत्थे ऑपरेशन ब्लू स्टार होया, उस तो बाद तुसी अमृतसर दे हालात भी देखे, वो लोग जिहड़े उत्थे तड़पदे रहे, अपने परिवार नूं लभदे रहे, नहीं मिले, वो सारा कुछ तुसी देखिया। इन्हां सारा चीज़ों दे विच सर किस तरीके दे नाल तुसी इस चीज़ नूं देखदे हो कि की वो रोकिया जा सकदा सी? पूजा पहला तो सब तो पहला मेरा मैं कहना चाहना भी ये जिहड़ी दुखदाई घटना, दुर्घटना मैं कहांगा कि बहुत माड़ी घटना जिहड़ी होई, वो किसी भी सिख या ईवन आम पंजाबी दे जहन चों कदे निकल नहीं सकती जी। तुहानूं पता होएगा कि सिख धर्म जिहड़ा है वो एक धर्म कंपैशन, लव ते प्यार दा है। ਇਹਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜਦੋਂ 15ਵੀਂ ਸਦੀ 'ਚ ਆਏ ਤੇ ਉਹਨਾਂ ਨੇ ਤੇ ਦੋ ਹੀ ਗੱਲਾਂ ਕੀਤੀਆਂ, ਵਨਨੈਸ ਆਫ ਗॉड ਔਰ ਯੂਨੀਵਰਸਲ ਬ੍ਰਦਰਹੁੱਡ। ਇਹਦੇ ਬੇਸਿਸ ਦੇ ਉੱਤੇ ਸਿੱਖ ਧਰਮ ਕਾਇਮ ਕੀਤਾ ਗਿਆ ਸੀ ਜੀ। ਹੁਣ ਇਹ ਵੀ ਗੱਲ ਠੀਕ ਹੈ ਕਿ ਨੈਸ਼ਨਲਿਜ਼ਮ ਜਿਹੜਾ ਹੈ ਇੰਡੀਆ ਨੂੰ ਸਿਖਾਉਣ ਵਾਲਾ ਸ਼ਾਇਦ ਪੰਜਾਬ ਹੈ, ਕਿਉਂਕਿ ਪੰਜਾਬ ਇੱਕ ਗੇਟਵੇ ਸੀ ਤੇ ਸਾਰੇ ਦੁਸ਼ਮਣ, ਚਾਹੇ ਉਹ ਮੁਗਲ ਸਨ ਚਾਹੇ ਅਫਗਾਨ ਸਨ, ਉਹ ਸਾਰੇ ਪਹਿਲਾਂ ਪੰਜਾਬ 'ਚ ਆਏ। ਪੰਜਾਬ ਨੇ ਉਹਨਾਂ ਨੂੰ ਝੇਲਿਆ, ਪੰਜਾਬ ਨੇ ਉਹਨਾਂ ਨੂੰ ਪਿੱਛੇ ਧੱਕਿਆ ਔਰ ਇੰਨੀਆਂ ਮੁਸੀਬਤਾਂ ਅਤੇ ਪ੍ਰੋਬਲਮ ਜਿਹੜੀਆਂ ਨੇ ਪੰਜਾਬੀਆਂ ਨੇ ਉਠਾਈਆਂ। ਮਹਾਰਾਜਾ ਰਣਜੀਤ ਸਿੰਘ ਪਹਿਲੇ ਉਹ ਵੱਡੇ ਮਹਾਰਾਜੇ ਸਨ ਜਿਨ੍ਹਾਂ ਨੇ ਪੂਰੇ ਪੰਜਾਬ ਨੂੰ ਇਕੱਠਾ ਕੀਤਾ ਅਤੇ ਪੂਰੇ ਦੇਸ਼ ਨੂੰ ਨੈਸ਼ਨਲਿਜ਼ਮ ਦਾ ਸਬਕ ਦਿੱਤਾ ਕਿ ਇਹ ਨੈਸ਼ਨਲਿਜ਼ਮ ਕਿ ਅਸੀਂ ਇੱਕ ਦੇਸ਼ ਹਾਂ, ਇਕੱਠੇ ਹੋ ਕੇ ਅਸੀਂ ਲੜਨਾ ਜੀ। ਹੁਣ ਜਿਹੜੀ ਗੱਲ ਤੁਸੀਂ ਕਰ ਰਹੇ ਹੋ 1984 ਜੋ ਕੁਛ ਹੋਇਆ, ਮੰਦਭਾਗੇ ਦਿਨ ਜਿਹੜੇ ਪੁਰਾਣੇ ਯਾਦ ਕਰ ਰਹੇ ਹਾਂ ਜਦੋਂ ਅਸੀਂ ਦੇਖੋ, ਇਹ ਜਿਵੇਂ ਮੈਂ ਕਿਹਾ ਵੀ ਸਿੱਖ ਅਤੇ ਹਿੰਦੂ ਦੇ ਵਿੱਚ ਇੰਨਾ ਪਿਆਰ, ਐਕਚੁਅਲੀ ਹਿੰਦੂ ਫੈਮਿਲੀ ਦੇ ਜਿਹੜਾ ਸਾਰਿਆਂ ਵੱਡਾ ਬੱਚਾ ਹੁੰਦਾ ਸੀ ਉਹਨੂੰ ਆਮ ਤੌਰ ਦੇ ਉੱਤੇ ਸਿੱਖ ਬਣਾਇਆ ਜਾਂਦਾ ਸੀ। ਇਹ ਟ੍ਰੈਡੀਸ਼ਨ ਸੀ, ਮੈਨੂੰ ਉਹਦਾ ਪਤਾ ਹੈ ਬਿਕਾਜ਼ ਆਈ ਐਮ ਐਨ ਓਲਡ ਟਾਈਮਰ ਅਤੇ ਮੈਂ ਜਾਣਦਾ ਵੀ ਹਰ ਵੱਡਾ ਬੱਚਾ ਜਿਹੜਾ ਨਾ ਉਹ ਐਕਚੁਅਲੀ ਦਿਸ ਵਾਜ਼ ਕਾइंड ਆਫ ਗ੍ਰੈਟੀਟਿਊਡ ਟੂ ਸਿੱਖਿਜ਼ਮ। ਇੱਕ MP ਨੇ BJP ਦੇ ਸੁਬਰਮਨਿਅਮ ਸਵਾਮੀ ਜੀ, ਉਹ ਆਮ ਓਪਨਲੀ ਉਹਨਾਂ ਨੇ ਆਰਟੀਕਲ ਲਿਖੇ ਨੇ, ਕਈ ਉਹਨਾਂ ਦੇ ਵੀਡੀਓਜ਼ ਨੇ, ਉਹ ਕਹਿੰਦੇ ਹੁੰਦੇ ਨੇ ਕਿ ਹਿੰਦੁਸਤਾਨ ਨੂੰ ਇੰਨਾ ਗ੍ਰੇਟਫੁਲ ਹੋਣਾ ਚਾਹੀਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਆਪਣਾ ਸੈਕਰੀਫਾਈਸ ਨਾ ਦਿੰਦੇ ਤੇ ਸ਼ਾਇਦ ਹਿੰਦੂ ਕਮਿਊਨਿਟੀ ਬਚਦੀ ਨਾ। ਬਿਲਕੁਲ। ਔਰ ਇਹ ਹਿਸਟਰੀ ਹੈ, ਸਾਰਿਆਂ ਨੂੰ ਪਤਾ। ਹੁਣ ਗੱਲ ਇਹ ਹੈ ਵੀ ਜਦੋਂ ਇੰਨਾ ਪਿਆਰ ਸੀ ਸਿੱਖਾਂ ਅਤੇ ਹਿੰਦੂਆਂ ਦੇ ਵਿੱਚ, ਇਹ ਕੀ ਹੋ ਗਿਆ ਵੀ ਇੱਕਦਮ ਡਿਵਾਈਡ ਆ ਗਈ ਔਰ ਇੱਕ ਦੂਜੇ ਨੂੰ ਮਤਲਬ ਬਰਦਾਸ਼ਤ ਕਰਨਾ ਬਿਲਕੁਲ ਬੰਦ ਕਰ ਦਿੱਤਾ। ਇਹਦੇ ਪਿੱਛੇ ਪੂਜਾ ਬਿਲਕੁਲ ਹੋਰ ਕੋਈ ਚੀਜ਼ ਨਹੀਂ, ਸਿਰਫ ਪੋਲੀਟਿਕਸ ਸੀ।
ਉਦੋਂ ਦੇ ਜਿਹੜੇ ਪੋਲੀਟੀਸ਼ੀਅਨ ਸਨ ਉਹਨਾਂ ਵਿੱਚ ਗਿਆਨੀ ਜ਼ੈਲ ਸਿੰਘ ਜਿਹੜੇ ਸੈਂਟਰ ਚਲੇ ਗਏ ਸਨ ਤੇ ਦਰਬਾਰਾ ਸਿੰਘ ਜਿਹੜੇ ਉਸ ਵੇਲੇ ਚੀਫ ਮਿਨਿਸਟਰ ਸਨ। ਇਹਨਾਂ ਦੀ ਆਪਸ ਦੀ ਰੰਜਿਸ਼, ਆਪਸ ਦੀ ਪ੍ਰੋਬਲਮ, ਉਹਨਾਂ ਨੇ ਇੱਕ ਦੂਜੇ ਨਾਲ ਲੜੇ ਔਰ ਉਹਦੇ ਚੋਂ ਨਿਕਲ ਆਏ ਕਿਹੋ ਜਿਹੇ ਬੰਦੇ, ਜਰਨੈਲ ਸਿੰਘ ਵਰ, ਪਿੰਡਾਂ ਵਰੇਵਰ, ਉਹਨਾਂ ਵਰਗੇ ਬੰਦੇ ਜਿਹੜੇ ਨਾ ਉਹਨਾਂ ਦੀ ਲੜਾਈਆਂ ਪੜਾਈਆਂ ਤੇ ਉਹਨਾਂ ਦੇ ਪ੍ਰੋਬਲਮ ਦੇ ਵਿੱਚੋਂ ਉਹ ਪੈਦਾ ਹੋਏ ਔਰ ਉਹਨਾਂ ਨੇ ਹੀ ਗਰੋ ਕਰਨ ਦਿੱਤਾ। ਅੱਖਾਂ ਬੰਦ ਰੱਖੀਆਂ ਵੀ ਚਲੋ ਕੋਈ ਗੱਲ ਨਹੀਂ, ਉਹ ਵੱਡੇ ਹੁੰਦੇ ਗਏ। ਅਲਟੀਮੇਟਲੀ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਉਹਦਾ ਕਲੈਨ ਇੰਨਾ ਵੱਡਾ ਹੋ ਗਿਆ ਕਿ ਉਹਨਾਂ ਨੇ ਪੂਰੀ ਸਿੱਖ ਕਮਿਊਨਿਟੀ ਦੇ ਉੱਤੇ ਕਬਜ਼ਾ ਕਰ ਲਿਆ। ਬਿਲਕੁਲ। ਔਰ ਹਿੰਦੂਆਂ ਦੇ ਨਾਲ ਉਹਨਾਂ ਨੇ ਕਈ ਤਰ੍ਹਾਂ ਦੇ ਤਸ਼ੱਦਦ, ਕਈ ਤਰ੍ਹਾਂ ਦੇ ਜ਼ੁਲਮ ਉਹਨਾਂ ਨੇ ਕਰਨੇ ਸ਼ੁਰੂ ਕਰ ਦਿੱਤੇ। ਔਰ ਕਿਉਂਕਿ ਪੁਲਿਸ ਨੂੰ ਜਦੋਂ ਲੋੜ ਪਈ ਉਹਨਾਂ ਨੂੰ ਲੱਭਣ ਦੀ ਤੇ ਉਹ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਛੁਪ ਗਏ। ਉਹਨਾਂ ਦੀ ਮਦਦ ਕਰਨ ਵਾਸਤੇ ਕਈ ਲੋਕ, ਜਨਰਲ ਸ਼ਾਬੇਗ ਸਿੰਘ ਵਰਗੇ ਤੇ ਦੂਜੇ ਜਿਹੜੇ ਨੇ ਉਹ ਵੀ ਆ ਗਏ ਤੇ ਹੌਲੀ ਹਾਲਾਤ ਇਹੋ ਜਿਹੇ ਹੋ ਗਏ ਕਿ ਆਰਮੀ ਨੇ ਅਲਟੀਮੇਟਲੀ ਉਹ ਐਕਸ਼ਨ ਲਿਆ ਜਿਹੜਾ ਬਹੁਤ ਹੀ ਮੰਦਭਾਗਾ ਸੀ। ਗੱਲ ਸੋਚਣ ਵਾਲੀ ਇਹ ਹੈ ਕਿ ਕੀ ਉਹ ਐਕਸ਼ਨ ਜਿਹੜਾ ਆਪਰੇਸ਼ਨ ਬਲੂ ਸਟਾਰ ਸੀ ਉਹ ਅਵਾਇਡ ਕੀਤਾ ਜਾ ਸਕਦਾ ਸੀ ਜੀ? ਕੀ ਉਹੋ ਜਿਹੇ ਐਕਸ਼ਨ ਤੋਂ ਬਿਨਾਂ ਜਿਹੜੇ ਅੰਦਰ ਟੈਰਰਿਸਟ ਸਨ, ਉਹਨਾਂ ਨੂੰ ਕਹਿ ਲਓ, ਜੋ ਵੀ ਲੋਕ ਸਨ, ਉਹਨਾਂ ਨੂੰ ਬਾਹਰ ਨਹੀਂ ਸੀ ਕੱਢਿਆ ਜਾ ਸਕਦਾ? ਮੇਰਾ ਵਿਚਾਰ ਹੈ ਕਿ ਕੋਈ ਵੀ ਸੈਂਸੇਬਲ ਆਦਮੀ, ਕੋਈ ਵੀ ਕਾਮਨ ਸੈਂਸ ਰੱਖਣ ਵਾਲਾ ਇਨਸਾਨ ਇਹ ਜਾਣਦਾ ਹੈ ਔਰ ਸਮਝਦਾ ਹੈ ਕਿ ਜੇ ਆਈਡੀਆ ਸਿਰਫ ਇਹ ਸੀ ਕਿ ਉਹਨਾਂ ਨੂੰ ਬਾਹਰ ਕੱਢਿਆ ਜਾਏ ਤੇ ਉਹਦੇ ਵਾਸਤੇ ਤੇ ਕੋਈ ਟਾਈਮ ਦਿੱਤਾ ਜਾ ਸਕਦਾ ਸੀ। ਪਰ ਹਾਲਾਤ ਗਵਰਨਮੈਂਟ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਹਾਲਾਤ ਇਹੋ ਜਿਹੇ ਬਣ ਗਏ ਸੀ ਕਿ ਉਸੇ ਰਾਤ ਨੂੰ ਖਾਲਿਸਤਾਨ ਦੀ ਡਿਕਲੇਰੇਸ਼ਨ ਹੋਣ ਵਾਲੀ ਸੀ। ਇਸ ਕਰਕੇ ਉਹਨਾਂ ਨੂੰ ਇੱਕਦਮ ਇਹ ਕਰਨਾ ਪਿਆ। ਪਰ ਹਾਲਾਤ ਉੱਥੋਂ ਤੱਕ ਆਉਣ ਕਿਵੇਂ ਦਿੱਤੇ ਗਏ? ਬਿਲਕੁਲ ਸਵਾਲ ਇੱਕ ਤਾਂ ਇਹ ਵੀ ਤਾਂ ਸਵਾਲ ਪੁੱਛਣਾ ਚਾਹੀਦਾ ਨਾ। ਹੁਣ ਤੁਸੀਂ ਜਦੋਂ ਉੱਥੋਂ ਤੱਕ ਹਾਲਾਤ ਆ ਗਏ ਤੇ ਫਿਰ ਤੁਸੀਂ ਐਡਾ ਵੱਡਾ ਐਕਸ਼ਨ ਕਿ ਜਿਹੜੀ ਚੀਜ਼ ਦਰਬਾਰ ਸਾਹਿਬ ਕਿਸੇ ਵੀ ਸਿੱਖ ਵਾਸਤੇ ਦੁਨੀਆ ਦੇ ਕਿਸੇ ਕੋਨੇ 'ਚ ਹੋਏ, ਉਹਦੇ ਵਾਸਤੇ ਸਾਰਿਆਂ ਨਾਲੋਂ ਵੱਡਾ ਇੱਕ ਧਾਰਮਿਕ ਸਥਲ ਔਰ ਸਾਰਿਆਂ ਵਾਸਤੇ ਪਵਿੱਤਰ ਵੱਡੀ ਜਗ੍ਹਾ ਹੈ, ਉਹਦੇ ਉੱਤੇ ਈਵਨ ਸੋਚਣਾ ਕਿ ਉਹਨੂੰ ਅਟੈਕ ਕਰਕੇ ਔਰ ਗਿਰਾਤਾ ਜਾਏਗਾ ਔਰ ਉਹਨਾਂ ਨੂੰ ਮਾਰਿਆ ਜਾਏ, ਅੰਦਰ ਜਿਹੜੇ ਲੋਕ ਨੇ, ਮੇਰਾ ਖਿਆਲ ਹੈ ਇਹ ਐਮਰਜੈਂਸੀ ਤੋਂ ਵੀ ਵੱਡੀ ਬਲੰਡਰ ਸੀ। ਇਹ ਇੱਕ ਰੈਕਲੈਸ ਕਾਈਂਡ ਆਫ ਐਕਸ਼ਨ ਸੀ ਜਿਹੜਾ ਬਹੁਤ ਹੀ ਮੰਦਭਾਗਾ ਸੀ। ਸਰ ਤੁਸੀਂ ਵੀ ਉਸ ਵੇਲੇ ਸਰਵਿਸ 'ਤੇ ਸੀਗੇ, ਹਾਲਾਂਕਿ ਤੁਹਾਡਾ ਜਿਹੜਾ ਏਰੀਆ ਸੀਗਾ ਉਹ ਆਂਧਰਾ 'ਚ ਸੀ, ਤੁਸੀਂ ਉੱਥੇ ਸੀਗੇ, ਲੇਕਿਨ ਤੁਸੀਂ ਜਿਹੜਾ ਇੱਥੇ ਟ੍ਰੇਨਿੰਗ ਵਾਸਤੇ ਦਿੱਲੀ 'ਚ ਆਏ ਸੀਗੇ। ਲੇਕਿਨ ਸਰ ਜਿਹੜਾ ਉਸ ਵੇਲੇ ਮਾਹੌਲ ਸੀਗਾ, ਤੁਸੀਂ ਕਿਹਾ ਕਿ ਇਹ ਸਾਰੀ ਚੀਜ਼ਾਂ ਰੋਕੀਆਂ ਜਾ ਸਕਦੀਆਂ, ਇੱਕ ਦਿਨ 'ਚ ਨਹੀਂ ਡਿਸਾਈਡ ਹੋਇਆ ਸੀ ਕਿ ਖਾਲਿਸਤਾਨ ਜਿਹੜਾ ਹੈ ਬਣਾਉਣਾ ਹੈ, ਇਹ ਲੰਬੇ ਸਮੇਂ ਤੋਂ ਚੱਲ ਰਿਹਾ ਸੀ। ਇਸ ਚੀਜ਼ ਨੂੰ ਰੋਕਣ ਦੇ ਲਈ ਉਸ ਵੇਲੇ ਕੀ ਕੁਝ ਕੀਤਾ ਜਾ ਸਕਦਾ ਸੀ? ਕੀ ਕੁਝ ਹਾਲਾਤ ਅਜਿਹੇ ਸੀਗੇ ਕਿ ਉੱਥੇ ਹੀ ਭਿੰਡਰਾਂਵਾਲਾ ਜਾਂ ਉਹਨਾਂ ਦੇ ਨਾਲ ਜਿਹੜੇ ਹੋਰ ਸੀਗੇ ਉਹਨਾਂ ਨੂੰ ਰੋਕਿਆ ਜਾ ਸਕਦਾ ਸੀ, ਉਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਸੀ? ਪੂਜਾ, ਇਹ ਗੱਲ ਠੀਕ ਹੈ ਕਿ ਮੈਂ ਸਿਕੰਦਰਾਬਾਦ, ਸਾਡੀ ਇੱਕ ਨਾ, ਮੈਂ ਇੰਜੀਨੀਅਰ ਹਾਂ ਅਤੇ ਮੈਂ ਉੱਥੇ ਕਾਲਜ ਆਫ ਇਲੈਕਟ੍ਰੋਨਿਕਸ ਐਂਡ ਮਕੈਨੀਕਲ ਇੰਜੀਨੀਅਰਿੰਗ ਸੀ ਸਿਕੰਦਰਾਬਾਦ, ਜਿਹੜਾ ਹੈਦਰਾਬਾਦ ਦੇ ਕੋਲ ਹੈ, ਉੱਥੇ ਪੋਸਟਡ ਸਾਂ। ਅਤੇ ਮੈਂ 4 ਆਰਮੀ ਆਫਸਰ ਲੈ ਕੇ, ਉਹਨਾਂ ਨੂੰ ਲੈ ਕੇ ਆਰਮੀ ਹੈੱਡਕੁਆਟਰ 'ਚ ਆਇਆ ਹੋਇਆ ਸੀ। ਸਟਰੀਮ ਲਾਈਨਿੰਗ ਦਾ ਇੱਕ ਪ੍ਰੋਜੈਕਟ ਸੀ ਸਾਡੇ ਕੋਲ ਅਤੇ ਮੈਂ ਉਹਨਾਂ ਦਾ ਇੰਸਟਰਕਟਰ ਸਾਂ। ਅਨਫੋਰਚੂਨੇਟਲੀ ਜਦੋਂ ਇਹ ਚੀਜ਼ ਹੋਈ ਤੇ ਮੈਨੂੰ ਉਹ ਮੰਦਭਾਗੇ 4-5 ਦਿਨ ਮੈਂ ਦੇਖੇ ਆਪੀ। 31 ਅਕਤੂਬਰ 84 ਨੂੰ ਮੈਂ ਉੱਥੇ ਸਾਂ। ਮੈਂ ਲੋਕਾਂ ਨੂੰ ਜਲਦਿਆਂ ਵੀ ਦੇਖਿਆ, ਅੱਗਾਂ ਲੱਗਦੀਆਂ ਪੂਰੇ ਦਿੱਲੀ ਦੇ ਵਿੱਚ 4 ਚੁਫੇਰੇ ਅੱਗਾਂ ਲੱਗਦੀਆਂ ਵੀ ਦੇਖੀਆਂ। ਟਰੱਕਾਂ ਵਾਲੇ ਕਈ ਜਿਹੜੇ ਆਉਂਦੇ ਜਾਂਦੇ ਸਨ, ਉਹਨਾਂ ਨੂੰ ਮੈਂ ਆਪ ਹੀ ਉੱਥੇ ਆਪਣੇ ਮੈਸ ਦੇ ਵਿੱਚ ਰੋਕ ਕੇ ਔਰ ਕਈ ਦਿਨ ਰੋਟੀ ਵੀ ਉਹਨਾਂ ਨੂੰ ਦਿੱਤੀ ਕਿ ਉਹ ਭੁੱਖੇ ਮਰ ਰਹੇ ਸਨ। ਬਹੁਤ ਹੀ ਮਾੜੇ ਹਾਲਾਤ ਸਨ। ਪਰ ਇਹਨਾਂ ਨੂੰ ਕ੍ਰੀਏਟ ਕਰਨ ਵਾਲਾ ਜੇ ਕੋਈ ਸੀ ਜਾਂ ਜਿਹਨੂੰ ਪਨਿਸ਼ ਕਰਨਾ ਚਾਹੀਦਾ ਸੀ, ਉਹ ਸਨ ਪੋਲੀਟੀਸ਼ੀਅਨ। ਔਰ ਮੈਂ ਫਿਰ ਨਾਂ ਲੈ ਰਿਹਾ ਬੜੀ ਜ਼ਿੰਮੇਵਾਰੀ ਨਾਲ ਕਿ ਜੇ ਇਹ ਗਿਆਨੀ ਜ਼ੈਲ ਸਿੰਘ ਜਿਹੜਾ ਹੋਮ ਮਿਨਿਸਟਰ ਸੀ ਉਸ ਵੇਲੇ ਅਤੇ ਦਰਬਾਰਾ ਸਿੰਘ ਜਿਹੜਾ ਚੀਫ ਮਿਨਿਸਟਰ ਸੀ, ਜੇ ਇਹ ਚਾਹੁੰਦੇ ਔਰ ਜੇ ਇਹਨਾਂ ਦੇ ਵਿੱਚ ਥੋੜ੍ਹੀ ਜਿਹੀ ਅਕਲ ਹੁੰਦੀ ਤੇ ਇਹ ਸਭ ਕੁਝ ਅਵਾਇਡ ਹੋ ਸਕਦਾ ਸੀ। ਪਰ ਇਹਨਾਂ ਦੇ ਪਰਸਨਲ ਐਂਬੀਸ਼ਨ, ਇਹਨਾਂ ਦੀ ਈਗੋ ਔਰ ਇਹਨਾਂ ਦਾ ਜੋ ਕੁਛ ਇਹ ਚਾਹੁੰਦੇ ਸਨ, ਪੋਲੀਟਿਕਸ ਤੁਹਾਨੂੰ ਪਤਾ ਕਿੰਨੀ ਡਰਟੀ ਗੇਮ ਹੈ, ਉਹਨਾਂ ਨੇ ਇਹ ਸਭ ਕੁਛ ਹੋਣ ਦਿੱਤਾ ਤੇ ਇਹ ਸਭ ਕੁਛ ਹੋਇਆ ਜਿਹੜਾ ਸ਼ਾਇਦ ਅਵਾਇਡ ਕੀਤਾ ਜਾ ਸਕਦਾ ਸੀ।
ਸਰ ਦਿੱਲੀ ਦੀ ਗੱਲ ਕੀਤੀ, ਦਿੱਲੀ ਦੇ ਵਿੱਚ ਤੁਸੀਂ ਦੱਸਿਆ ਕਿ ਸਾਰਾ ਕੁਝ ਜਲ ਰਿਹਾ ਸੀ, ਦਿੱਲੀ ਜਲ ਰਹੀ ਸੀ। ਕਿਉਂਕਿ ਤੁਸੀਂ ਵੀ ਸਰ ਸਿੱਖੀ ਸੀਗੇ, ਤੇ ਤੁਸੀਂ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਉੱਥੇ ਦੇਖਿਆ ਉਸ ਮਾਹੌਲ ਦੇ ਵਿੱਚ? ਕੀ ਤੁਸੀਂ ਪ੍ਰੋਟੈਕਟਿਡ ਸੀ ਜਾਂ ਤੁਹਾਨੂੰ ਵੀ ਦਿੱਕਤਾਂ ਹੋ ਰਹੀਆਂ ਸੀ? ਮੈਂ ਆਪਣੇ 4 ਆਫਸਰਸ ਨੂੰ ਲੈ ਕੇ ਇੱਕ ਟੈਕਸੀ ਦੇ ਵਿੱਚ ਕੰਟੋਨਮੈਂਟ ਤੋਂ ਆਰਮੀ ਹੈੱਡਕੁਆਰਟਰ ਜਾ ਰਿਹਾ ਸਾਂ। ਸਾਊਥ ਬਲਾਕ ਤੋਂ ਕੋਈ 300-400 ਗਜ਼ ਪਹਿਲਾਂ ਸਾਡੇ ਉੱਤੇ ਉਹ ਡਰਾਈਵਰ ਜਿਹੜਾ ਸੀ ਟੈਕਸੀ ਦਾ, ਉਹ ਵੀ ਸਿੱਖ ਸੀ, ਔਰ ਅਸੀਂ 5 ਵਿੱਚੋਂ 3 ਸਿੱਖ ਸਾਂ, ਪਗੜੀ ਵਾਲੇ ਸਾਂ। ਉਹ ਇੱਕ ਮੌਬ ਨੇ ਅਟੈਕ ਕੀਤਾ, ਪਰ ਉਹ ਡਰਾਈਵਰ ਇੰਨਾ ਸਿਆਣਾ ਸੀ, ਇੰਨਾ ਸਮਾਰਟ ਸੀ, ਉਹਨੇ ਇੱਕਦਮ ਗੱਡੀ ਭਜਾ ਕੇ ਸਾਊਥ ਬਲਾਕ ਦੇ ਜਿੱਥੇ ਸਿਕਿਉਰਿਟੀ ਵਾਲੇ ਹੁੰਦੇ ਉੱਥੇ ਜਾ ਕੇ ਉਹਨੇ ਅੰਦਰ ਵਾੜ ਦਿੱਤੀ ਅਤੇ ਅਸੀਂ ਬਚ ਗਏ। ਰਾਤ ਨੂੰ ਮੈਂ ਕਿੱਧਰੋਂ ਆ ਰਿਹਾ ਸਾਂ, ਕਿਸੇ ਦੋਸਤ ਨੇ ਮੈਨੂੰ ਬੁਲਾਇਆ ਹੋਇਆ ਸੀ ਜਨਕਪੁਰੀ 'ਚ, ਮੈਂ ਖਾਣਾ ਖਾਣ ਗਿਆ ਸਾਂ ਉਹਦੇ ਕੋਲ। ਰਾਤ ਨੂੰ ਆਉਂਦਿਆਂ ਹੋਇਆਂ ਸਾਨੂੰ ਗੱਡੀ ਨੂੰ ਘੇਰ ਲਿਆ। ਉਹ ਮੇਰਾ ਜਿਹੜਾ ਡਰਾਈਵਰ ਸੀ, ਜਿਹੜਾ ਅਫਸਰ ਮੇਰਾ ਦੋਸਤ, ਉਹ ਬ੍ਰਿਗੇਡੀਅਰ ਰਵੀ ਚੌਧਰੀ ਰਿਟਾਇਰ ਹੋਏ ਨੇ, ਉਹ ਉਦੋਂ ਕਰਨਲ ਸੀ ਮੇਰੇ ਵਾਂਗੂ, ਮੈਂ ਲੈਫਟੀਨੈਂਟ ਕਰਨਲ ਸਾਂ, ਉਹ ਕਰਨਲ ਸੀ, ਅਤੇ ਉਹ ਤਾਂ ਪਗੜੀ ਵਾਲੇ ਨਹੀਂ ਸਨ। ਮੈਂ ਜਦੋਂ ਦੇਖਿਆ ਇੱਕ ਪੁਲੀਆ ਦੇ ਉੱਤੇ ਅੱਗਾਂ ਲੱਗੀਆਂ ਹੋਈਆਂ ਸਨ, ਅਤੇ ਗੱਡੀ ਜਦੋਂ ਉੱਥੋਂ ਲੰਘਣ ਲੱਗੀ ਅਤੇ ਮੈਨੂੰ ਇੰਸਟਿੰਕਟਿਵਲੀ ਇੱਕਦਮ ਮੈਂ ਆਪਣੇ ਆਪ ਨੂੰ ਉਹ ਪਿੱਛੇ ਵਾਲੀ ਸੀਟ ਦੇ ਉੱਤੇ ਛੁਪਾ ਲਿਆ ਔਰ ਮੈਂ ਬਚ ਗਿਆ। ਪਰ ਮੈਂ ਉੱਥੇ ਦੇਖਿਆ ਵੀ ਲੋਕਾਂ ਨੇ ਫੜੇ ਹੋਏ ਹੱਥ ਦੇ ਵਿੱਚ ਮਸ਼ਾਲਾਂ, ਲੋਕਾਂ ਨੇ ਡੰਡੇ ਅਤੇ ਹਥਿਆਰ ਫੜੇ ਹੋਏ, ਔਰ ਹਰ ਪੁਲ 'ਤੇ ਜਾਂ ਹਰ ਕ੍ਰਾਸਿੰਗ ਦੇ ਉੱਤੇ ਆਈ ਹੈਵ ਸੀਨ 20, 30, 40, 50, 100 ਬੰਦਾ ਜਿਹੜਾ ਨਾ ਤਿਆਰ ਵੀ ਕੋਈ ਮਿਲ ਜੇ ਪਗੜੀ ਵਾਲਾ ਉਹਨੂੰ ਮਾਰ ਦਿਓ, ਖ਼ਤਮ ਕਰ ਦਿਓ। ਇਹ ਹਾਲਾਤ ਮੈਂ ਅਨਫੋਰਚੂਨੇਟਲੀ ਆਪ ਹੀ ਦੇਖੇ, ਚਾਹੇ ਉਹ ਭਾਰਤੀ ਸੈਨਾ 'ਚ ਕਿਉਂ ਨਾ ਹੋਵੇ, ਕੋਈ ਵੀ ਹੋਏ ਕਿਤੇ। ਉੱਥੇ ਉਦੋਂ ਤਾਂ ਅਕਲ ਜਿਹੜੀ ਹੈ ਸੈਨਾ, ਤੇ ਮੈਂ ਜਦੋਂ 5 ਜਾਂ 6 ਨਵੰਬਰ ਨੂੰ ਜਦੋਂ ਅਸੀਂ ਵਾਪਸ ਜਾਣ ਦੀ ਕੋਸ਼ਿਸ਼ ਕੀਤੀ ਹੈਦਰਾਬਾਦ, ਅਤੇ ਮੈਨੂੰ ਯਾਦ ਹੈ ਕਿ ਮੈਂ ਲੈਣ ਗਿਆ ਸਾਂ ਟਿਕਟਾਂ, ਕਿਉਂਕਿ ਮੈਂ ਇੰਚਾਰਜ ਸਾਂ ਅਤੇ ਮੇਰੇ ਨਾਲ ਇਹ ਅਫਸਰ ਵੀ ਸਨ, ਅਤੇ ਅਸੀਂ ਟਿਕਟਾਂ ਉੱਥੋਂ ਖਰੀਦਣ ਗਏ ਸਾਂ। ਏਅਰ ਇੰਡੀਆ ਦਾ ਦਫ਼ਤਰ ਜਿਹੜਾ ਕਨਾਟ ਪਲੇਸ 'ਚ ਹੈ, ਅਤੇ ਉਹਦੇ ਸਾਡੇ ਵੱਲ ਇਸ ਤਰ੍ਹਾਂ ਵੇਖਿਆ ਜਾ ਰਿਹਾ ਸੀ, ਸਾਡੇ ਜਿਹਨਾਂ ਪਗੜੀ ਬੰਨੀ ਸੀ, ਵੀ ਇਹ ਟੈਰਰਿਸਟ ਆ ਰਹੇ ਨੇ। ਸਾਨੂੰ ਠੀਕ ਤਰੀਕੇ ਨਾਲ ਵੈਲਕਮ ਕਰਕੇ ਟਰੀਟ ਨਹੀਂ ਸੀ ਕੀਤਾ ਜਾਂਦਾ। ਜਦੋਂ ਮੈਂ ਆਪਣੀ ਆਈਡੈਂਟੀਟੀ ਦੱਸੀ ਵੀ ਮੈਂ ਇੱਕ ਲੈਫਟੀਨੈਂਟ ਕਰਨਲ ਹਾਂ ਔਰ ਇਹ ਮੇਰੇ ਬੰਦੇ ਨੇ, ਇੰਚਾਰਜ ਆ ਮੈਂ ਇਹਨਾਂ ਦਾ, ਅਤੇ ਇਹਨਾਂ ਨੂੰ ਵਾਪਸ ਲੈ ਕੇ ਜਾਣਾ, ਟਿਕਟਾਂ ਖਰੀਦਣੀਆਂ ਸਨ। ਸਾਨੂੰ ਤੰਗ ਕੀਤਾ ਗਿਆ, ਹਰਾਸ ਕੀਤਾ ਗਿਆ ਉਹਦੇ 'ਚ, ਔਰ ਅੱਧਾ ਘੰਟਾ ਮਸਾਂ ਹੀ ਪਲੇਨ ਟੇਕ ਆਫ ਕਰਨ ਤੋਂ ਪਹਿਲਾਂ ਅਸੀਂ ਬੜੀ ਮੁਸ਼ਕਲ ਉੱਥੇ ਪਹੁੰਚੇ, ਅਤੇ ਅਸੀਂ ਸ਼ੁਕਰ ਕੀਤਾ ਵੀ ਅਸੀਂ ਦਿੱਲੀ ਛੱਡ ਕੇ ਅਤੇ ਹੈਦਰਾਬਾਦ ਵਾਪਸ ਏਅਰਪੋਰਟ 'ਤੇ ਪਹੁੰਚੇ। ਸੋ ਹਾਲਾਤ ਉਦੋਂ ਬਹੁਤ ਮਾੜੇ ਸਨ। ਇੰਨਾ ਮਿਸਟਰਸਟ ਬਿਟਵੀਨ ਦੀ 2 ਕਮਿਊਨਿਟੀਜ਼ ਮੈਂ ਕਦੇ ਨਹੀਂ ਦੇਖਿਆ। ਔਰ ਆਰਮਡ ਫੋਰਸਿਸ ਦੇ ਵਿੱਚ ਤਾਂ ਸਾਡਾ ਤਾਂ ਧਰਮ ਹੀ ਉਹ ਹੁੰਦਾ ਜਿਹੜਾ ਟਰੂਪਸ ਦਾ ਧਰਮ ਹੁੰਦਾ। ਅਸੀਂ ਤਾਂ ਇਸ ਚੀਜ਼ 'ਚ ਵਿਸ਼ਵਾਸ ਹੀ ਨਹੀਂ ਕਰਦੇ। ਬਟ ਇਟ ਵਾਜ਼ ਅਨਫੋਰਚੂਨੇਟ ਕਿ ਈਵਨ ਆਰਮਡ ਫੋਰਸਿਸ ਦੇ ਵਿੱਚ ਜਿਹੜੇ 2 ਅਲੱਗ-ਅਲੱਗ ਧਰਮਾਂ ਦੇ ਲੋਕ ਸਨ, ਉਹਨਾਂ ਵਿੱਚ ਵੀ ਡਿਵਾਈਡ ਪੈਦਾ ਹੋ ਗਈ ਸੀ। ਇੱਕ ਹਾਲਾਤ ਦਿੱਲੀ 'ਚ ਬਣ ਰਹੇ ਸੀਗੇ, ਉੱਥੇ ਵੀ ਸਰ ਲਾਸਟ ਆਰਮੀ ਆਈ ਸੀਗੀ ਕੰਟਰੋਲ ਕਰਨ ਦੇ ਲਈ, ਦਿੱਲੀ ਦੇ ਵਿੱਚ ਜਦ ਸਾਰਾ ਦਿੱਲੀ ਦੰਗਾ? ਨਹੀਂ, ਆਰਮੀ ਤਾਂ ਕਿੱਥੇ ਆਈ ਸੀ। ਆਰਮੀ ਜੇ ਆਈ ਹੁੰਦੀ ਤੇ ਫਿਰ ਜਿਹੜੇ ਹਜ਼ਾਰਾਂ ਇਨੋਸੈਂਟ ਲੋਕ ਜਿਹੜੇ ਮਾਰੇ ਗਏ ਨੇ ਦਿੱਲੀ ਦੇ ਵਿੱਚ, ਆਫੀਸ਼ੀਅਲ ਫਿਗਰ ਜਿਹੜੇ ਨੇ ਕੋਈ 3,500 ਹੈ, ਪਰ ਐਕਚੁਅਲੀ ਬਹੁਤ ਜ਼ਿਆਦਾ ਮਾਰੇ ਗਏ ਸਨ। ਅਤੇ ਜੇ ਆਰਮੀ ਨੂੰ ਆਉਣ ਦਿੱਤਾ ਜਾਂਦਾ ਜਾਂ ਆਰਮੀ ਦਾ ਐਕਸ਼ਨ ਕੋਈ ਹੁੰਦਾ, ਤੇ ਦੇਖੋ ਸਾਰਿਆਂ ਨੂੰ ਪਤਾ ਹੈ ਕਿ ਇੱਕ ਬਟਾਲੀਅਨ ਜਿਹੜੀ ਹੈ ਦਿੱਲੀ ਦੇ ਵਿੱਚ ਉਦੋਂ ਸੀ ਰੈੱਡ ਫੋਰਟ ਦੇ ਵਿੱਚ ਜੀ, ਬਾਕੀ ਤਾਂ ਖੈਰ ਮੇਰਠ ਸਨ, ਦੂਰ ਸਨ। ਪਰ ਜੇ ਉਦੋਂ ਆਰਮੀ ਨੂੰ ਕਿਹਾ ਜਾਂਦਾ ਕੰਟਰੋਲ ਕਰਨ ਨੂੰ ਹਾਲਾਤ, ਜਿਹੜੇ ਇੰਨੇ ਹਜ਼ਾਰਾਂ ਨਿਰਦੋਸ਼ ਬੰਦੇ ਵਿਚਾਰੇ ਮਾਰੇ ਗਏ, ਉਹ ਉਹਨਾਂ ਜਾਨ ਬਚਾਈ ਜਾ ਸਕਦੀ ਸੀ। ਪਰ ਉਦੋਂ ਜਦੋਂ ਜੋ ਕਿ ਸਾਰਿਆਂ ਨੂੰ ਪਤਾ ਹੈ ਕਿ ਰਾਜੀਵ ਗਾਂਧੀ ਜੀ ਜਿਹੜੇ ਪ੍ਰਾਈਮ ਮਿਨਿਸਟਰ ਸਨ, ਬਣਾਏ ਗਏ ਬਾਅਦ ਦੇ ਵਿੱਚ ਇੰਦਰਾ ਦੀ ਉਹਦੇ ਬਾਅਦ 'ਚ, ਅਤੇ ਜਿਹੜੇ ਪ੍ਰੈਜ਼ੀਡੈਂਟ ਸਨ ਗਿਆਨੀ ਜ਼ੈਲ ਸਿੰਘ, ਉਹਨਾਂ ਦਾ ਆਪਸ 'ਚ ਬਿਲਕੁਲ ਇੱਕ ਦੂਜੇ ਦੇ ਨਾਲ ਬਣਦੀ ਨਹੀਂ ਸੀ। 2-4 ਦਿਨ ਪਹਿਲਾਂ ਹੀ ਇੱਥੇ ਹਯਾਤ ਦੇ ਵਿੱਚ ਇੱਕ ਕਿਤਾਬ ਰਿਲੀਜ਼ ਹੋਈ ਹੈ, KC ਸਿੰਘ ਜਿਹੜੇ ਫਾਰਮਰ ਡਿਪਲੋਮੈਟ ਨੇ, ਅਬਾਊਟ ਦੀ ਪ੍ਰੈਜ਼ੀਡੈਂਟ ਗਿਆਨੀ ਜ਼ੈਲ ਸਿੰਘ। ਉਹਦੇ 'ਚ ਉਹਨਾਂ ਸਾਫ਼ ਸੁਥਰਾ ਲਿਖਿਆ, ਔਰ ਅਸੀਂ ਸੁਣਿਆ ਉਹਨਾਂ ਨੂੰ ਗੱਲ ਕਰਦਿਆਂ, ਉਹ ਕਹਿੰਦੇ ਨੇ ਵੀ ਗਿਆਨੀ ਜ਼ੈਲ ਸਿੰਘ ਔਰ ਪ੍ਰਾਈਮ ਮਿਨਿਸਟਰ ਦੇ ਵਿੱਚ, ਪ੍ਰੈਜ਼ੀਡੈਂਟ ਔਰ ਪ੍ਰਾਈਮ ਮਿਨਿਸਟਰ 'ਚ ਇੰਨਾ ਮਿਸਟਰਸਟ ਸੀ ਕਿ ਦੂਜੇ ਨੂੰ ਇੱਕ ਦੂਜੇ ਦੀ ਸ਼ਕਲ ਨਹੀਂ ਸੀ ਦੇਖਣਾ ਚਾਹੁੰਦੇ। ਉਹੋ ਜਿਹੇ ਹਾਲਾਤ ਦੇ ਵਿੱਚ ਈਵਨ ਜਦੋਂ ਟਰੂਪਸ ਮੂਵ ਕੀਤੇ ਗਏ ਅੰਮ੍ਰਿਤਸਰ ਜਾਂ ਅਟੈਕ ਕੀਤਾ ਗਿਆ ਜੋ ਆਪਰੇਸ਼ਨ ਬਲੂ ਸਟਾਰ, ਉਹਦੇ 'ਚ ਪ੍ਰੈਜ਼ੀਡੈਂਟ ਜਿਹੜਾ
ਹੁੰਦਾ ਕਮਾਂਡਰ ਇਨ ਚੀਫ ਆਫ ਦੀ ਆਰਮ ਫੋਰਸਿਸ, ਉਹਨਾਂ ਨੂੰ ਪੁੱਛਿਆ ਨਹੀਂ ਗਿਆ, ਉਹ ਹੀ ਵਾਸ ਨਾਟ ਅਵੇਅਰ ਆਫ ਇਟ, ਉਹਨੂੰ ਪਤਾ ਵੀ ਨਹੀਂ ਸੀ ਕਿ ਕੀ ਹੋ ਰਿਹਾ। ਸੋ ਇਹ ਬਿਲਕੁਲ ਸੀਕ੍ਰੇਟ ਰੱਖ ਕੇ ਔਰ ਇਹ ਅਟੈਕ ਜਿਹੜਾ ਕੀਤਾ ਗਿਆ ਸੀ। ਇਹ ਸਵਾਲ ਮੈਂ ਇਸ ਕਰਕੇ ਪੁੱਛਿਆ ਸਰ ਕਿਉਂਕਿ ਦਿੱਲੀ ਦੇ ਵਿੱਚ ਵੀ ਉਹੀ ਹਾਲਾਤ ਸੀ ਜਿਹੜੇ ਕਿ ਬਾਅਦ ਚ ਆਪਰੇਸ਼ਨ ਬਲੂ ਸਟਾਰ ਵੇਲੇ ਅੰਮ੍ਰਿਤਸਰ ਦੇ ਵਿੱਚ ਹੋ ਗਏ ਸੀਗੇ, ਤੇ ਉੱਥੇ ਵੀ ਆਰਮੀ ਦਾ ਇਸ ਯੂਜ਼ ਜਿਹੜਾ ਕੀਤਾ ਜਾ ਸਕਦਾ ਦਿੱਲੀ ਵਿੱਚ ਆਰਮੀ ਦਾ ਬਿਲਕੁਲ ਜ਼ੀਰੋ ਰੋਲ ਸੀ। ਆਰਮੀ ਨੂੰ ਪਤਾ ਵੀ ਨਹੀਂ ਸੀ, ਕੋਈ ਬੈਰਕਸ ਦੇ ਵਿੱਚੋਂ ਬਾਹਰ ਨਹੀਂ ਆਇਆ। ਜੇ ਪ੍ਰੈਜ਼ੀਡੈਂਟ ਨੂੰ ਪਤਾ ਹੁੰਦਾ ਜਾਂ ਪ੍ਰੈਜ਼ੀਡੈਂਟ 'ਚ ਮੈਂ ਕਹਾਂਗਾ ਹਿੰਮਤ ਵੀ ਹੁੰਦੀ ਜਾਂ ਸੋਚ ਹੁੰਦੀ, ਪਰ ਉਹ ਪ੍ਰੈਜ਼ੀਡੈਂਟ ਦੀ ਗੱਲ ਉਦੋਂ ਸੁਣੀ ਵੀ ਨਹੀਂ ਸੀ ਜਾਣੀ। ਜੇ ਉਹ ਹਾਲਾਤ ਇਹੋ ਜਿਹੇ ਸਨ ਕਿ ਪ੍ਰਾਈਮ ਮਿਨਿਸਟਰ, ਤੁਹਾਨੂੰ ਪਤਾ ਹੈ ਵੀ ਐਗਜ਼ੈਕਟਿਵ ਦਾ ਹੈਡ ਤੇ ਪ੍ਰਾਈਮ ਮਿਨਿਸਟਰ ਹੁੰਦਾ ਤੇ ਪ੍ਰੈਜ਼ੀਡੈਂਟ ਤੇ ਨੋਸ਼ਨਲ ਹੈਡ ਨੇ, ਪਰ ਅਦਰਵਾਈਜ਼ ਜਿਹੜਾ ਐਗਜ਼ੈਕਟਿਵ ਦਾ ਹੈਡ ਨੇ ਉਹ ਤਾਂ ਪ੍ਰਾਈਮ ਮਿਨਿਸਟਰ ਹੁੰਦਾ ਜੀ। ਤੇ ਅੰਮ੍ਰਿਤਸਰ ਦੇ ਵਿੱਚ ਸਰ ਸ਼੍ਰੀ ਹਰਿਮੰਦਰ ਸਾਹਿਬ ਲੋਕਾਂ ਦੀ ਬਹੁਤ ਜ਼ਿਆਦਾ ਸ਼ਰਧਾ ਹੈ, ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਉੱਥੇ ਨੇ, ਲੋਕੀ ਨਤਮਸਤਕ ਹੋਣ ਦੇ ਲਈ ਆਉਂਦੇ ਨੇ। ਇਹੀ ਉਮੀਦ ਲੈ ਕੇ ਕਾਫੀ ਜਿਹੜੇ ਹੈ ਸਿੱਖ ਉੱਥੇ ਸੰਗਤਾਂ ਪਹੁੰਚੀਆਂ ਸੀ, ਉਹਨਾਂ ਨੂੰ ਨਹੀਂ ਪਤਾ ਸੀ ਅਜਿਹਾ ਕੁਝ ਹੋ ਜਾਏਗਾ। ਲੇਕਿਨ ਜਦੋਂ ਮੰਜ਼ਰ ਵਾਪਰਿਆ ਉਸ ਤੋਂ ਬਾਅਦ ਤੁਸੀਂ ਵੀ ਉੱਥੇ ਗਏ, ਕੀ ਸਰ ਉਸ ਵੇਲੇ ਸ਼੍ਰੀ ਹਰਿਮੰਦਰ ਸਾਹਿਬ ਦਾ ਉਹ ਇੱਕ ਨਜ਼ਾਰਾ ਜਾਂ ਵਿਜ਼ੂਅਲ ਕਹੀਏ ਜਿਹੜਾ ਤੁਹਾਡੇ ਸਾਹਮਣੇ ਆ ਗਿਆ? ਮੈਂ ਇਹਦੇ ਕੁਛ ਦਿਨਾਂ ਬਾਅਦ, ਮੇਰਾ ਖਿਆਲ 7-8 ਦਿਨ ਦੇ ਬਾਅਦ ਮੈਂ ਛੁੱਟੀ 'ਤੇ ਸਾਂ, ਅਤੇ ਮੈਂ ਨੈਚੁਰਲੀ ਐਜ਼ ਏ ਗੁੱਡ ਸਿੱਖ ਮੈਂ ਗਿਆ ਦਰਸ਼ਨ ਕਰਨ ਵਾਸਤੇ। ਅਤੇ ਜਦੋਂ ਤੁਸੀਂ ਅਕਾਲ ਤਖਤ ਦੇ ਵੱਲ ਦੇਖਦੇ ਸੋ ਅਤੇ ਤੁਹਾਨੂੰ ਸ਼ਰਮ ਆਉਂਦੀ ਸੀ ਕਿ ਤੁਸੀਂ ਇਹ ਹਾਲਾਤ ਕਿਸ ਤਰ੍ਹਾਂ ਹੋਏ ਨੇ। ਆਈ ਵਾਜ਼ ਵੈਰੀ ਵੈਰੀ ਹਰਟ ਲਾਈਕ ਐਨੀ ਸਿੱਖ, ਐਵਰੀ ਸਿੱਖ ਵਾਜ਼ ਹਰਟ। ਔਰ ਇਹੋ ਜਿਹੇ ਹਾਲਾਤ ਸਨ ਕਿ ਦੇਖ ਕੇ ਬਾਅਦ 'ਚ ਫੋਟੋ ਆਉਂਦੀਆਂ ਰਹੀਆਂ, ਬਾਅਦ 'ਚ ਸਾਰੀ ਦੁਨੀਆ ਨੇ ਵਿਜ਼ੂਅਲ ਵੀ ਦਿਖਾਏ, ਵੀਡੀਓ, ਅਤੇ ਸਾਰੀ ਦੁਨੀਆ ਦੇ ਵਿੱਚ ਗਏ। ਮਤਲਬ ਇਹੋ ਜਿਹੀ ਚੀਜ਼ ਕੋਈ ਇਨਸਾਨ ਸੋਚ ਵੀ ਨਹੀਂ ਸੀ ਸਕਦਾ ਕਿ ਇਸ ਤਰ੍ਹਾਂ ਨਾਲ ਕੀਤਾ ਜਾਏਗਾ, ਉਸ ਕਮਿਊਨਿਟੀ ਨਾਲ ਜਿਹਦੀ ਕੰਟਰੀਬਿਊਸ਼ਨ ਫਾਰ ਨੈਸ਼ਨਲ ਕਾਜ਼ ਬਹੁਤ ਤਗੜੀ ਹੈ। ਦੇਖੋ ਥੋੜ੍ਹੀ ਜਿਹੀ ਇਹ ਕੌਮ ਦੀ 3 ਕਰੋੜ ਹੋਣਗੇ ਜਾਂ 3.5 ਕਰੋੜ ਹੋਣਗੇ, ਪਰ ਹਰ ਫੀਲਡ ਦੇ ਵਿੱਚ ਕੰਟਰੀਬਿਊਸ਼ਨ ਜੀ ਹੈ ਉਹ ਇੰਨੀ ਵੱਡੀ ਹੈ ਕਿ ਪੂਰੀ ਦੁਨੀਆ ਇਸ ਚੀਜ਼ ਨੂੰ ਰੈਕਗਨਾਈਜ਼ ਕਰਦੀ ਹੈ। ਔਰ ਜਿਵੇਂ ਮੈਂ ਪਹਿਲਾਂ ਕਿਹਾ ਸੀ ਵੀ ਸਿੱਖ ਧਰਮ ਤਾਂ ਸ਼ੁਰੂ ਹੀ ਹੋਇਆ ਸੀ ਸੇਵਾ ਅਤੇ ਸ਼ਰਧਾ ਅਤੇ ਪਿਆਰ ਅਤੇ ਸ਼ਾਂਤੀ ਅਤੇ ਵਨਨੈਸ ਆਫ ਗਾਡ, ਕੋਈ ਇਹੋ ਜਿਹੀ ਗੱਲ ਹੀ ਨਹੀਂ ਸੀ। ਇਹ ਹਾਲਾਤ ਜੇ ਇਹਦੇ ਵਾਸਤੇ ਕੋਈ ਜ਼ਿੰਮੇਵਾਰ ਹੈ ਅਤੇ ਉਹ ਨੇ ਪੋਲੀਟੀਸ਼ੀਅਨ, ਔਰ ਦੇ ਸ਼ੁੱਡ ਹੈਵ ਬੀਨ ਪਨਿਸ਼ਡ। ਉਹ ਸਕਾਟ ਫਰੀ ਨਿਕਲ ਗਏ, ਉਹਨਾਂ ਨੂੰ ਕਿਸੇ ਨੂੰ ਕੁਛ ਨਹੀਂ ਹੋਇਆ। ਔਰ ਹਜ਼ਾਰਾਂ, ਪੂਰੇ ਦੇਸ਼ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੰਦੇ ਇਨੋਸੈਂਟ ਸਿੱਖ ਜਿਹੜੇ ਨੇ ਮਾਰ ਦਿੱਤੇ ਗਏ। ਸੋ ਤੁਹਾਨੂੰ ਲੱਗਦਾ ਹੈ ਕੁਛ ਸਿੱਖਿਆ ਇਸ ਆਪਰੇਸ਼ਨ ਤੋਂ ਬਾਅਦ ਕਮਿਊਨਿਟੀ ਨੇ, ਪੰਜਾਬ ਨੇ ਜਾਂ ਪੋਲੀਟੀਸ਼ੀਅਨਸ ਨੇ ਕੁਛ ਇਸ ਪੂਰੇ ਜਿਹੜਾ ਘਟਨਾਕ੍ਰਮ ਹੋਇਆ ਇਸ ਤੋਂ ਕੁਛ ਸਿੱਖਿਆ? ਦੇਖੋ ਪੋਲੀਟੀਸ਼ੀਅਨ ਇਹੋ ਜਿਹੀ ਚੀਜ਼ ਹੈ ਕਿ ਉਹ ਤਾਂ ਕਦੇ ਨਹੀਂ ਸਿੱਖਦੇ, ਔਰ ਦੇ ਵਿਲ ਨੈਵਰ ਲਰਨ। ਪੋਲੀਟੀਸ਼ੀਅਨ ਵਿਲ ਰਿਮੇਨ ਏ ਪੋਲੀਟੀਸ਼ੀਅਨ, ਔਰ ਉਹ ਆਪਣਾ ਫਾਇਦਾ ਜਿੱਥੇ ਵੀ ਹੋਏਗਾ ਉਹ ਕਰੇਗਾ, ਔਰ ਕਮਿਊਨਿਟੀ ਦਾ ਕਿਸੇ ਹੋਰ ਦੇ ਫਾਇਦੇ ਬਾਰੇ ਨਹੀਂ ਉਹ ਸੋਚਦੇ। ਮੈਨੂੰ ਸ਼ਰਮ ਆਉਂਦੀ ਹੈ ਕਹਿੰਦਿਆਂ ਹੋਇਆ ਕਿ ਸਾਡੇ ਮੋਸਟ ਆਫ ਦੀ ਪੋਲੀਟੀਸ਼ੀਅਨ, ਉਹਨਾਂ 'ਚੋਂ ਕੋਈ ਸਟੇਟਸਮੈਨ ਬਣ ਹੀ ਨਹੀਂ ਸਕਿਆ। ਪੰਡਿਤ ਨਹਿਰੂ ਦੇ ਬਾਅਦ ਜਾਂ ਅਟਲ ਜੀ ਦੇ ਬਾਅਦ ਮੈਂ ਨਹੀਂ ਦੇਖਿਆ ਕਿ ਕੋਈ ਬੰਦਾ ਜਿਹੜਾ ਪੋਲੀਟੀਸ਼ੀਅਨ ਉਹ ਐਕਚੁਅਲ ਸਟੇਟਸਮੈਨ ਬਣਿਆ ਹੋਏ। ਇਹ ਸਾਰੇ ਪੈਟੀ ਪੋਲੀਟਿਕਸ ਦੇ ਵਿੱਚ ਲੜ ਕੇ ਔਰ ਮਰਦੇ ਔਰ ਇਹੋ ਜਿਹੇ ਕੰਮ ਕਰਦੇ ਨੇ। ਸੋ ਸਿੱਖਿਆ ਤਾਂ ਇਹ ਹੈ ਵੀ ਲਵ ਫਾਰ ਯੂਅਰ ਮਦਰਲੈਂਡ, ਆਪਣੇ ਦੇਸ਼ ਨੂੰ ਪਿਆਰ ਕਰਨਾ, ਆਪਣੇ ਦੇਸ਼ ਵਾਸਤੇ ਜਾਨ ਕੁਰਬਾਨ ਕਰਨਾ, ਮੇਰਾ ਖਿਆਲ ਹੈ ਹਰ ਇੰਡੀਅਨ ਦਾ ਇਹ ਫਰਜ਼ ਹੈ, ਧਰਮ ਹੈ, ਔਰ ਕਰਨੀ ਚਾਹੀਦੀ ਹੈ। ਔਰ ਸਿੱਖ ਕਮਿਊਨਿਟੀ ਤੋਂ ਵੱਧ ਇਹ ਕੌਣ ਜਾਣਦਾ, ਕਿਉਂਕਿ ਮੈਕਸੀਮਮ ਕੰਟਰੀਬਿਊਸ਼ਨ ਆਰਮਡ ਫੋਰਸਿਸ ਦੇ ਵਿੱਚ ਸਿੱਖ ਕਮਿਊਨਿਟੀ ਦੀ ਹੈ। ਤੁਸੀਂ ਗੱਲ ਕਰੋ ਮਹਾਨ ਸੋਲਜਰ ਲਾਈਕ ਚੀਫ ਆਫ ਦੀ ਮਾਰਸ਼ਲ ਆਫ ਦੀ ਏਅਰ ਫੋਰਸ ਅਰਜਨ ਸਿੰਘ ਵਰਗੇ ਮਹਾਨ ਯੋਧਾ, ਕਿੰਨੇ ਕਮਾਲ ਦੇ ਆਦਮੀ ਸਨ। ਉਹਨਾਂ ਨੇ ਕੀ ਕੰਟਰੀਬਿਊਸ਼ਨ ਉਹਨਾਂ ਦੀ ਸੋਚੋ ਤਾਂ ਯੂ ਫੀਲ ਵੈਰੀ ਪ੍ਰਾਊਡ। ਸਿਰਫ ਇੱਕ ਗੱਲ ਹੈ, ਇਹ ਤਾਂ ਹਮੇਸ਼ਾ ਦੇਖੋ ਵੀ ਸਿੱਖ ਕਮਿਊਨਿਟੀ ਇਹੋ ਜਿਹੀ ਹੈ ਕਿ ਦੇ ਕੈਨ ਫਰਗਿਵ ਬਟ ਦੇ ਵਿਲ ਨੈਵਰ ਫਰਗੇਟ। ਫਰਗਿਵ ਤਾਂ ਕੀਤਾ ਜਾ ਸਕਦਾ ਹੈ, ਪਰ ਫਰਗੈਟ ਕੋਈ ਨਹੀਂ ਕਰ ਸਕਦਾ। ਔਰ ਹਮੇਸ਼ਾ ਵਾਸਤੇ ਇਹ ਚੀਜ਼ ਜਿਹੜੇ ਤੁਹਾਡੇ ਘਾਓ ਨੇ ਇਹ ਤਾਜ਼ਾ ਰਹਿਣਗੇ, ਔਰ ਹਰ ਇੱਕ ਨੂੰ ਇਹ ਗੱਲ ਯਾਦ ਆਉਂਦੀ ਰਹੇਗੀ ਕਿ ਸਾਡੇ ਨਾਲ ਇਹ ਹੋਇਆ ਸੀ। ਬਿਲਕੁਲ।
ਤੇ ਇਹ ਜ਼ਖਮ ਨੇ, ਇਹ ਘਾव ਨੇ ਜਿਹੜਾ ਇਹਨਾਂ ਤਰੀਕਾਂ ਦੇ ਵਿੱਚ 1 ਤਰੀਕ ਤੋਂ 6 ਜੂਨ ਤੱਕ ਦਾ ਜਿਹੜਾ ਇਹ ਸਮਾਂ ਹੈ, ਇਹ ਹਰ ਕਿਸੇ ਨੂੰ ਜਿਹੜਾ ਹੈ ਉਹ ਪਲ ਯਾਦ ਦਿਲਾ ਦਿੰਦਾ ਹੈ, ਉਹਨਾਂ ਦੇ ਜ਼ਖਮ ਇੱਕ ਵਾਰ ਫਿਰ ਤੋਂ ਹਰੇ ਕਰ ਦਿੰਦਾ ਹੈ। ਤੇ ਜਿਸ ਤਰੀਕੇ ਦੇ ਨਾਲ ਦਲਜੀਤ ਚੀਮਾ ਜੀ ਨੇ ਕਿਹਾ ਕਿ ਭੁੱਲ ਸਕਦੇ हैं पर माफ कर सकते हैं पर भुल नहीं सकते ਜਿਹੜੇ ਸਿੱਖ ਹੈ ਇਸ ਪੂਰੀ ਘਟਨਾ ਨੂੰ, ਕਿਉਂਕਿ ਬਹੁਤ ਜ਼ਿਆਦਾ ਦੁਖਦਾਈ ਇੱਕ ਉਹ ਘਟਨਾ ਸੀਗੀ ਜਿਹੜੀ ਕਿ ਲੋਕਾਂ ਦੇ ਮਨ ਦੇ ਵਿੱਚ ਅੱਜ ਵੀ ਉਹਨਾਂ ਨੂੰ ਯਾਦ ਕਰਕੇ, ਕਿਉਂਕਿ ਇੱਕ ਰਿਲੀਜੀਅਸ ਥਾਂ ਤੇ ਇੱਕ ਰਿਲੀਜਨ ਨੂੰ ਲੈ ਕੇ ਜੇਕਰ ਅਸੀਂ ਗੱਲ ਕਰੀਏ ਹਰ ਕੋਈ ਬਹੁਤ ਇਮੋਸ਼ਨਲ ਹੁੰਦਾ ਹੈ, ਪਰ ਜਦ ਉਹਨਾਂ ਦੇ ਇਸ ਰਿਲੀਜੀਅਸ ਪਲੇਸ ਤੇ ਕੋਈ ਹਮਲਾ ਹੋ ਜਾਏ, ਉਸ ਦੀ ਜਿਹੜੀ ਬਿਲਡਿੰਗ ਹੈ ਉਹ ਜਰਜਰ ਹੋ ਜਾਏ, ਤੇ ਕਿਤੇ ਨਾ ਕਿਤੇ ਉਹ ਇਮੋਸ਼ਨਸ ਆਪਣੇ ਆਪ ਹੀ ਬਾਹਰ ਨਿਕਲਦੇ ਨੇ। ਸਰ ਤੁਸੀਂ ਸਾਡੇ ਨਾਲ ਆਪਣੇ ਐਕਸਪੀਰੀਅੰਸ ਸ਼ੇਅਰ ਕੀਤੇ, ਉਮੀਦ ਹੈ ਕਿ ਇਹ ਜਿਹੜਾ ਪ੍ਰੋਗਰਾਮ ਅਸੀਂ ਕਰ ਰਹੇ ਮੋਸਟਲੀ ਜਿਹੜੀ ਸਿੱਖ ਹੈ ਜਾਂ ਫਿਰ ਜਿਹੜੇ ਨੌਜਵਾਨ ਪੀੜ੍ਹੀ ਹੈ ਨਾ, ਉਹਨਾਂ ਨੂੰ ਨਹੀਂ ਪਤਾ ਜਾਂ ਉਹ ਜਿਹੜੀ ਕਿਤਾਬਾਂ ਵੀ ਨਹੀਂ ਪੜ੍ਹਦੇ ਅੱਜ ਕੱਲ੍ਹ ਬੱਚੇ, ਤੇ ਉਹਨਾਂ ਦੇ ਲਈ ਕਾਫੀ ਜ਼ਿਆਦਾ ਹੈਲਪਫੁਲ ਹੋਏ ਤੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਆਖਿਰ ਉਸ ਵੇਲੇ ਕੀ ਕੁਝ ਹਾਲਾਤ ਸੀਗੇ ਤੇ ਕੀ ਕੁਝ ਰੋਕਿਆ ਜਾ ਸਕਦਾ ਸੀ, ਕਿਸ ਤਰੀਕੇ ਦੇ ਨਾਲ ਉਹ ਸਿਚੁਏਸ਼ਨ ਕੰਟਰੋਲ ਕੀਤੀ ਜਾ ਸਕਦੀ ਸੀ। ਤੇ ਸਰ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਤੇ ਬਿਲਕੁਲ ਇਸੇ ਤਰੀਕੇ ਦੇ ਨਾਲ ਜਿਹੜੀ ਇਹਨਾਂ ਨੇ ਆਪਣੇ ਐਕਸਪੀਰੀਅੰਸ ਸ਼ੇਅਰ ਕੀਤੇ ਹੈ, ਤੇ ਅਸੀਂ ਵੀ ਇਹੀ ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਜਿਹੜੀ ਨਿਊ ਜਨਰੇਸ਼ਨ ਹੈ ਉਹਨਾਂ ਨੂੰ ਪਤਾ ਲੱਗ ਸਕੇ ਕਿ ਆਪਰੇਸ਼ਨ ਬਲੂ ਸਟਾਰ ਦੇ ਵੇਲੇ ਕੀ ਕੁਝ ਹੋਇਆ ਸੀਗਾ ਤੇ ਕਿਸ ਤਰੀਕੇ ਦੇ ਨਾਲ ਹਾਲਾਤ ਬਣੇ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਹਾਲਾਤਾਂ ਨੂੰ ਰੋਕਿਆ ਜਾ ਸਕਦਾ ਸੀ। ਕੈਮਰਾ ਪਰਸਨ ਰੁਪਿੰਦਰ ਜੱਗੀ ਦੇ ਨਾਲ ਪੂਜਾ ਵਰਮਾ, ਪੰਜਾਬ ਟੁਡੇ, ਪੰਚਕੂਲਾ।